ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੁਸ਼ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸਦੇ ਅਰਥ ਕਰਾਂਗੇ। ਅੱਜ 67ਵੇਂ ਸ਼ਬਦ ਦੀ ਵਾਰੀ ਹੈ ਜੀ। ਗੌੜੀ ਮਾਝ ਮਹੱਲਾ ਚੌਥਾ। ਮਨ ਮਾਹੀ ਮੇਰੇ ਗੋਵਿੰਦਾ, ਹਰ ਰੰਗ ਰੱਤਾ ਮਨ ਮਾਹੀ ਜੀਓ। ਹਰ ਰੰਗ ਨਾਲ ਨ ਲਖੀਏ ਮੇਰੇ ਗੋਵਿੰਦਾ, ਗੁਰਪੂਰਾ ਅਲਖ ਲਖਾਹੀ ਜੀਓ। ਹਰ ਹਰ ਨਾਮ ਪ੍ਰਗਾਸਿਆ ਮੇਰੇ ਗੋਵਿੰਦਾ, ਸਭ ਦਾਲਤ ਦੁੱਖ ਲੈ ਜਾਹੀ ਜੀਓ। ਹਰ ਪਦ ਉੱਤਮ ਪਾਇਆ ਮੇਰੇ ਗੋਵਿੰਦਾ, ਵਡਭਾਗੀ ਨਾਮ ਸਮਾਹੀ ਜੀਓ। ਨੈਣੀ ਮੇਰੇ ਪਿਆਰਿਆ ਨੈਣੀ ਮੇਰੇ ਗੋਵਿੰਦਾ, ਕਿਨੇ ਹਰ ਪ੍ਰਭ ਡਿਠੜਾ ਨੈਣੀ ਜੀਓ। ਮੇਰਾ ਮਨ ਤਨ ਬਹੁਤ ਵੈਰਾਗਿਆ ਮੇਰੇ ਗੋਵਿੰਦਾ, ਹਰ ਬਾਝੋ ਧਨ ਕੁਮਲੈਣੀ ਜੀਓ। ਸੰਤ ਜਨਾ ਮਿਲ ਪਾਇਆ ਮੇਰੇ ਗੋਵਿੰਦਾ, ਮੇਰਾ ਹਰ ਪ੍ਰਭ ਸੱਜਣ ਸੈਣੀ ਜੀਓ। ਹਰ ਆਇਆ ਮਿਲਿਆ ਜਗ ਜੀਵਨ ਮੇਰੇ ਗੋਵਿੰਦਾ, ਮੈਂ ਸੁਖ ਵਿਹਾਣੀ ਰਹਿਣੀ ਜੀਓ। ਮੈਂ ਮੇਲੋ ਸੰਤ ਮੇਰਾ ਹਰ ਪ੍ਰਭ ਸੱਜਣ, ਮੈਂ ਮਨ ਤਨ ਭੁੱਖ ਲਗਾਈਆਂ ਜੀਓ। ਹੋਂ ਰਹਿ ਨ ਸਕਿਓ ਬਿਨ ਦੇਖੇ ਮੇਰੇ ਪ੍ਰੀਤਮ, ਮੈਂ ਅੰਤਰ ਬਿਰਹੋ ਹਰ ਲਾਈਆਂ ਜੀਓ। ਹਰ ਆਇਆ ਮੇਰਾ ਸੱਜਣ ਪਿਆਰਾ, ਗੁਰ ਮੇਲੇ ਮੇਰਾ ਮਨ ਜਿਵਾਈਆਂ ਜੀਓ। ਮੇਰੇ ਮਨ ਤਨ ਆਸਾ ਪੂਰੀਆਂ ਮੇਰੇ ਗੋਵਿੰਦਾ, ਹਰ ਮਿਲਿਆ ਮਨ ਵਧਾਈਆਂ ਜੀਓ। ਵਾਰੀ ਮੇਰੇ ਗੋਵਿੰਦਾ ਵਾਰੀ ਮੇਰੇ ਪਿਆਰਿਆ, ਹੋਂ ਤੁਦੋਂ ਵਿਟੜੀਏ ਸਦਵਾਰੀ ਜੀਓ। ਮੇਰੇ ਮਨ ਤਨ ਪ੍ਰੇਮ ਪਿਰਮ ਕਾ ਮੇਰੇ ਗੋਵਿੰਦਾ, ਹਰ ਪੂੰਜੀ ਰਾਖ ਹਮਾਰੀ ਜੀਓ। ਸਤਿਗੁਰ ਵਿਸ਼ਟ ਮੇਲ ਮੇਰੇ ਗੋਵਿੰਦਾ, ਹਰ ਮੇਲੇ ਕਰ ਬੈਰੈ ਬਾਰੀ ਜੀਓ। ਹਰ ਨਾਮ ਦਇਆ ਕਰ ਪਾਇਆ ਮੇਰੇ ਗੋਵਿੰਦਾ, ਜਨ ਨਾਨਕ ਸਰਨ ਤੁਮਾਰੀ ਜੀਓ। ਸਤਿਗੁਰ ਵਿਸ਼ਟ ਮੇਲ ਮੇਰੇ ਗੋਵਿੰਦਾ, ਹਰ ਮੇਲੇ ਕਰ ਬਾਰੀ ਜੀਓ। ਹਰ ਨਾਮ ਦਇਆ ਕਰ ਪਾਇਆ ਮੇਰੇ ਗੋਵਿੰਦਾ, ਜਨ ਨਾਨਕ ਸਰਨ ਤੁਮਾਰੀ ਜੀਓ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਜਿਸ ਜਗਿਆਸੂ ਨੇ ਗੁਰ ਸ਼ਬਦ ਗੁਰਬਾਣੀ ਨਾਲ ਲਿਵ ਲਗਾ ਕੇ ਗੁਰਮਤਿ ਦੀ ਜ਼ਿੰਦਗੀ ਅਪਣਾਈ ਹੈ ਜੀ, ਉਸ ਨੂੰ ਇਹ ਹਰ ਪਰਮੇਸ਼ਰ ਆਪਣੇ ਅੰਦਰ ਹੀ ਮਿਲ ਗਿਆ ਹੈ ਜੀ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ, ਹੇ ਮੇਰੇ ਗੋਬਿੰਦ, ਜਿਸ ਮਨੁੱਖ ਉੱਤੇ ਤੇਰੀ ਮਿਹਰ ਹੈ, ਉਹ ਇਹ ਸਮਝਦਾ ਹੈ ਕਿ ਹਰੀ ਪਰਮੇਸ਼ਰ ਉਸਦੇ ਮਨ ਵਿੱਚ ਉਸਦੇ ਅੰਦਰ ਹੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਹ ਆਪਣੇ ਮਨ ਦੇ ਅੰਦਰ ਪਰਮੇਸ਼ਰ ਹਰੀ ਦੇ ਰੰਗ ਪ੍ਰੇਮ ਵਿੱਚ ਰੰਗਿਆ ਰਹਿੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਮੇਰੇ ਗੋਬਿੰਦ, ਉਹ ਮਨੁੱਖ ਜਾਣਦਾ ਹੈ ਕਿ ਪ੍ਰੇਮ ਸਰੂਪ ਪਰਮੇਸ਼ਰ ਹਰੀ ਹਰ ਇੱਕ ਦੇ ਨਾਲ ਹੈ ਜੀ, ਪਰ ਉਹ ਆਪਣੇ ਆਪ ਤੋਂ ਲਖਿਆ ਨਹੀਂ ਜਾਂਦਾ ਜੀ, ਭਾਵ ਪਛਾਣਿਆ ਨਹੀਂ ਜਾਂਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਸ਼ਬਦ ਗੁਰਬਾਣੀ ਉਸ ਲਖਤਾ ਤੋਂ ਰਹਿਤ ਪਰਮੇਸ਼ਰ ਹਰੀ ਨੂੰ ਲਿਖਵਾਉਣਾ ਜਾਣ ਦਿੰਦੀ ਹੈ ਜੀ, ਭਾਵ ਗੁਰਸ਼ਬਦ ਗੁਰਬਾਣੀ ਰਾਹੀਂ ਇਸ ਦੀ ਸੋਝੀ ਹੁੰਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਮੇਰੇ ਗੋਬਿੰਦ, ਜਿਨ੍ਹਾਂ ਦੇ ਹਿਰਦੇ ਵਿੱਚ ਗੁਰਸ਼ਬਦ ਗੁਰਬਾਣੀ ਰੂਪ ਪਰਮੇਸ਼ਰ ਗੁਰੂ ਨੇ ਪਰਮੇਸ਼ਰ ਹਰੀ ਦਾ ਨਾਮ ਪ੍ਰਕਾਸ਼ ਕਰ ਦਿੱਤਾ ਹੈ ਜੀ, ਉਹਨਾਂ ਦੇ ਸਾਰੇ ਦੁੱਖ ਦਲਿੱਦਰ ਦੂਰ ਹੋ ਗਏ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਮੇਰੇ ਗੋਬਿੰਦ, ਇਸ ਤਰ੍ਹਾਂ ਉਹਨਾਂ ਨੇ ਪਰਮੇਸ਼ਰ ਹਰੀ ਗੁਰਸ਼ਬਦ ਗੁਰਬਾਣੀ ਨਾਮ
ਜਪ ਕੇ ਉੱਤਮ ਪਦ ਪ੍ਰਾਪਤ ਕੀਤਾ ਹੈ ਜੀ। ਅਤੇ ਉਹ ਵਡਭਾਗੀ ਜਨ ਗੁਰਸ਼ਬਦ ਗੁਰਬਾਣੀ ਨਾਮ ਵਿੱਚ ਸਮਾ ਜਾਂਦੇ ਹਨ ਜੀ। ਭਾਵ ਉਹਨਾਂ ਦੇ ਮਨ ਅੰਦਰ ਖੇੜਾ ਆ ਜਾਂਦਾ ਹੈ ਜੀ। ਫਿਰ ਗੁਰੂ ਜੀ ਸਵਾਲ ਪੁੱਛਦੇ ਹਨ, ਹੇ ਮੇਰੇ ਪਿਆਰਿਆ, ਹੇ ਮੇਰੇ ਗੋਵਿੰਦਾ, ਮੈਂ ਪੁੱਛਦੇ ਹਾਂ ਕਿ ਕਿਸੇ ਮਨੁੱਖ ਨੇ ਪਰਮੇਸ਼ਰ ਹਰੀ ਨੂੰ ਕੀ ਆਪਣੀ ਅੱਖਾਂ ਨਾਲ ਵੇਖਿਆ ਹੈ, ਡਿੱਠਾ ਹੈ ਜੀ? ਫਿਰ ਗੁਰੂ ਜੀ ਕਹਿੰਦੇ ਹਨ, ਹੇ ਮੇਰੇ ਗੋਬਿੰਦ, ਤੇਰੇ ਦਰਸ਼ਨਾਂ ਲਈ ਮੇਰਾ ਮਨ ਤੇ ਤਨ ਬਹੁਤ ਵਿਰਾਗਵਾਨ ਸਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰਮੇਸ਼ਰ ਹਰੀ ਤੋਂ ਬਿਨਾਂ ਮੈਂ ਜੀਵ ਰੂਪ ਇਸਤਰੀ ਕੁਮਲਾਈ ਮੁਰਝਾਈ ਪਈ ਸਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਮੇਰੇ ਗੋਬਿੰਦ, ਜਦੋਂ ਗੁਰਸ਼ਬਦ ਗੁਰਬਾਣੀ ਰੂਪ ਸੰਤ ਜਨਾਂ ਨਾਲ ਮਿਲ ਕੇ ਗੁਰਸ਼ਬਦ ਗੁਰਬਾਣੀ ਨਾਮ ਨੂੰ ਅਪਣਾ ਕੇ ਮੈਂ ਤੈਨੂੰ ਪਾ ਲਿਆ ਜੀ, ਤਾਂ ਮੇਰੇ ਹਿਰਦੇ ਵਿੱਚੋਂ ਇਹ ਆਵਾਜ਼ ਨਿਕਲੀ ਜੀ ਕਿ ਪਰਮੇਸ਼ਰ ਹਰੀ ਹੀ ਮੇਰਾ ਸੱਜਣ ਤੇ ਸਾਖ ਰਿਸ਼ਤੇਦਾਰ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਮੇਰੇ ਗੋਬਿੰਦ, ਤੂੰ ਜਗਤ ਨੂੰ ਜੀਵਨ ਦੇਣ ਵਾਲਾ ਪਰਮੇਸ਼ਰ ਹਰੀ ਜਦ ਮੈਨੂੰ ਆ ਕੇ ਮਿਲ ਪਿਆ ਤਾਂ ਮੇਰੀ ਜੀਵਨ ਰੂਪੀ ਰਾਤ ਸੁੱਖ ਨਾਲ ਬਤੀਤ ਹੋਣ ਲੱਗ ਪਈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਸੰਤ ਜਨੋ ਜੀ, ਮੈਨੂੰ ਮੇਰਾ ਪਰਮੇਸ਼ਰ ਹਰੀ ਸੱਜਣ ਮਿਲਾ ਦਿਓ ਜੀ। ਮੈਂ ਆਪਣੇ ਮਨ ਤੇ ਤਨ ਵਿੱਚ ਉਸਦੇ ਦਰਸ਼ਨ ਦੀ ਬਹੁਤ ਚਾਹ ਭੁੱਖ ਲਗਾਈ ਹੋਈ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਮੈਂ ਆਪਣੇ ਪਰਮੇਸ਼ਰ ਪ੍ਰੀਤਮ ਨੂੰ ਵੇਖੇ ਬਿਨਾਂ ਨਹੀਂ ਰਹਿ ਸਕਦੀ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਮੇਰੇ ਅੰਦਰ ਪਰਮੇਸ਼ਰ ਹਰੀ ਨੇ ਵਿਛੋੜੇ ਦੀ ਪੀੜਾ ਲਾ ਦਿੱਤੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰਮੇਸ਼ਰ ਹਰੀ ਰਾਜਾ ਮੇਰਾ ਪਿਆਰਾ ਸੱਜਣ ਹੈ ਜੀ, ਅਤੇ ਉਹ ਗੁਰਸ਼ਬਦ ਗੁਰਬਾਣੀ ਨੂੰ ਅਪਣਾ ਕੇ ਮੇਰਾ ਮਨ ਜਿਵਾ ਦਿੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਮੇਰੇ ਗੋਬਿੰਦ, ਮੇਰੇ ਮਨ ਤੇ ਤਨ ਵਿੱਚ ਜੋ ਦਰਸ਼ਨ ਦੀ ਆਸ ਤੇ ਪਿਆਸ ਲੱਗੀ ਹੋਈ ਸੀ ਜੀ, ਉਹ ਗੁਰਸ਼ਬਦ ਗੁਰਬਾਣੀ ਨਾਮ ਰਾਹੀਂ ਪੂਰੀ ਹੋ ਗਈ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਭਾਈ, ਹੁਣ ਮੈਨੂੰ ਪਰਮੇਸ਼ਰ ਹਰੀ ਮਿਲ ਪਿਆ ਹੈ ਜੀ, ਅਤੇ ਮੇਰੇ ਮਨ ਵਿੱਚ ਵਧਾਈ ਬਚੀ ਹੈ ਜੀ, ਭਾਵ ਖੇੜਾ ਆ ਗਿਆ ਹੈ ਜੀ। ਗੁਰਸ਼ਬਦ ਗੁਰਬਾਣੀ ਹਰੀ ਨੂੰ ਮਿਲ ਪਿਆ ਹੈ ਜੀ, ਭਾਵ ਆਪਣੇ ਮੂਲ ਗੁਰਸ਼ਬਦ ਗੁਰਬਾਣੀ ਨਾਮ ਰਾਹੀਂ ਆਪਣੇ ਹਰ ਮੂਲ ਦੀ ਪਹਿਚਾਣ ਹੋ ਗਈ ਹੈ ਜੀ, ਅਤੇ ਉਸ ਨਾਲ ਮਨ ਵਿੱਚ ਖੇੜਾ ਆ ਗਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਮੇਰੇ ਗੋਬਿੰਦ, ਹੇ ਮੇਰੇ ਪਿਆਰਿਆ, ਮੈਂ ਤੇਰੇ ਉੱਪਰੋਂ ਸਦਕੇ ਅਤੇ ਕੁਰਬਾਨ ਜਾਂਦਾ ਹਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਮੇਰੇ ਗੋਬਿੰਦ, ਮੇਰੇ ਮਨ ਤੇ ਤਨ ਵਿੱਚ ਪਿਆਰੇ ਪਰਮੇਸ਼ਰ ਦਾ ਪ੍ਰੇਮ ਹੀ ਹੈ ਜੀ। ਹੇ ਪਰਮੇਸ਼ਰ ਹਰੀ, ਸਾਡੀ ਪ੍ਰੇਮ ਦੀ ਪੂੰਜੀ ਬਚਾਈ ਰੱਖੋ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਮੇਰੇ ਗੋਬਿੰਦ, ਮੇਰੀ ਇਹ ਅਰਦਾਸ ਬੇਨਤੀ ਹੈ ਜੀ ਕਿ ਮੈਨੂੰ ਗੁਰਸ਼ਬਦ ਗੁਰਬਾਣੀ ਰੂਪ ਸਤਿਗੁਰੂ ਵਿਚੋਲੇ ਨਾਲ ਲਾਈ ਰੱਖੋ ਜੀ, ਮੇਲੀ ਰੱਖੋ ਜੀ, ਤਾਂ ਜੋ ਉਹ ਮੇਰੀ ਜੀਵਨ ਦੀ ਅਗਵਾਈ ਕਰਕੇ ਮੈਨੂੰ ਪਰਮੇਸ਼ਰ ਹਰੀ ਨਾਲ ਮੇਲੀ ਰੱਖੇ ਜੀ, ਭਾਵ ਮੈਨੂੰ
ਪਰਮੇਸ਼ਰ ਦੇ ਹੁਕਮ ਦੀ ਸੋਝੀ ਲੱਗੀ ਰਹੇ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੀ ਮੇਰੇ ਗੋਬਿੰਦ, ਪਰਮੇਸ਼ਰ ਹਰੀ ਦੀ ਮਿਹਰ ਕਰਕੇ ਹੀ ਮੈਂ ਗੁਰਸ਼ਬਦ ਗੁਰਬਾਣੀ ਨਾਮ ਪ੍ਰਾਪਤ ਕੀਤਾ ਹੈ ਜੀ। ਇਸ ਲਈ ਦਾਸ ਤੇਰੀ ਸ਼ਰਨ ਵਿੱਚ ਹੀ ਬੈਠਾ ਹੋਇਆ ਹੈ ਜੀ। ਭਾਵ ਇਹ ਗੁਰਸ਼ਬਦ ਗੁਰਬਾਣੀ ਨਾਮ ਦੀ ਰਾਹੀਂ ਮੈਂ ਹੁਣ ਤੁਹਾਡਾ ਹਾਂ ਜੀ, ਅਤੇ ਤੁਸੀਂ ਮੇਰੇ ਅੰਦਰ ਹੀ ਹੋ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਇਹਨਾਂ ਪੰਕਤੀਆਂ ਵਿੱਚ ਗੁਰੂ ਜੀ ਦੱਸਦੇ ਹਨ, ਸ਼ਬਦ ਦੀਆਂ ਪੰਕਤੀਆਂ ਵਿੱਚ ਗੁਰੂ ਜੀ ਦੱਸਦੇ ਹਨ, ਮਨ ਮਾਹੀ ਮੇਰੇ ਗੋਵਿੰਦਾ, ਹਰ ਰੰਗ ਰਤਾ ਮਨ ਮਾਹੀ ਜੀਓ। ਗੁਰੂ ਜੀ ਕਹਿੰਦੇ ਹਨ, ਹੇ ਮੇਰੇ ਭਾਈ, ਮਨ ਦਾ ਮਾਹੀ ਪਰਮੇਸ਼ਰ ਰੂਪ ਪ੍ਰੀਤਮ ਮਨ ਵਿੱਚ ਹੀ ਹੈ ਜੀ, ਜਿਸ ਦੇ ਰੰਗ ਵਿੱਚ ਗੁਰਸ਼ਬਦ ਗੁਰਬਾਣੀ ਨਾਮ ਮਨ ਰਤਾ ਹੋਇਆ ਹੈ, ਰਾਹੀਂ ਮਨ ਰਤਾ ਹੋਇਆ ਹੈ ਜੀ। ਉਹ ਪਰਮੇਸ਼ਰ ਹਰੀ ਮਨ ਵਿੱਚ ਹੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰਮੇਸ਼ਰ ਨੂੰ ਇਸ ਸ਼ਬਦ ਵਿੱਚ ਮੇਰੇ ਗੋਬਿੰਦਾ, ਮੇਰੇ ਪਿਆਰਿਆ, ਜਿਸ ਰੰਗ ਵਿੱਚ ਸ੍ਰੀ ਗੁਰੂ ਰਾਮਦਾਸ ਜੀ ਨੇ ਸੰਬੋਧਿਤ ਕੀਤਾ ਹੈ ਜੀ, ਇਸ ਦਾ ਰਸ ਤੇ ਰਹੱਸਿਆ ਗੁਰੂ ਜੀ ਦੀ ਆਤਮਾ ਆਪ ਹੀ ਜਾਣਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਉਹ ਪਰਮੇਸ਼ਰ ਤਾਂ ਸਾਡੇ ਨਾਲ ਸਾਡੇ ਹਿਰਦੇ ਰੂਪੀ ਸੇਜ ਉੱਤੇ ਆਸਣ ਲਾਈ ਬੈਠਾ ਹੈ ਜੀ, ਪਰ ਪੂਰੇ ਗੁਰਸ਼ਬਦ ਗੁਰਬਾਣੀ ਤੋਂ ਬਿਨਾਂ ਉਸ ਦੀ ਲਖਤਾ ਨਹੀਂ ਹੋ ਸਕਦੀ ਜੀ। ਭਾਵ ਉਸ ਦੀ ਪਹਿਚਾਨ ਨਹੀਂ ਹੋ ਸਕਦੀ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹਾਂ, ਗੁਰਸ਼ਬਦ ਗੁਰਬਾਣੀ ਜਦੋਂ ਗਿਆਨ ਅੰਜਨ ਦੇ ਕੇ ਪਰਮੇਸ਼ਰ ਹਰੀ ਗੁਰਸ਼ਬਦ ਗੁਰਬਾਣੀ ਨਾਮ ਨੂੰ ਪ੍ਰਕਾਸ਼ਦਾ ਹੈ, ਤਾਂ ਇਹ ਸੋਝੀ ਆਉਂਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਸ ਪਰਮੇਸ਼ਰ ਨੂੰ ਮਿਲਣ ਲਈ ਸਦਾ ਵਿਰਾਗ ਵਾਲੀ ਦਸ਼ਾ ਬਣੀ ਰਹਿੰਦੀ ਹੈ ਜੀ। ਪਰ ਜਦੋਂ ਉਸ ਦਾ ਗੁਰਸ਼ਬਦ ਗੁਰਬਾਣੀ ਨਾਲ ਮਿਲਾਪ, ਹਰਮੂਲ ਨਾਲ ਮਿਲਾਪ ਹੋ ਜਾਂਦਾ ਹੈ ਜੀ, ਤਾਂ ਜੀਵ ਦੀ ਆਸਾ ਪੂਰੀ ਹੋ ਜਾਂਦੀ ਹੈ ਜੀ। ਫਿਰ ਉਸ ਦੇ ਮਨ ਵਿੱਚ ਵਧਾਈ ਵੱਜਣ ਲੱਗ ਜਾਂਦੀ ਹੈ ਜੀ। ਭਾਵ ਆਨੰਦ ਆ ਜਾਂਦਾ ਹੈ ਜੀ। ਉਸ ਪਰਮੇਸ਼ਰ ਦੇ ਹੁਕਮ ਦੀ ਸਮਝ ਆ ਜਾਂਦੀ ਹੈ ਜੀ, ਅਤੇ ਉਸ ਦੀ ਰਜਾ ਵਿੱਚ ਰਹਿਣ ਦੀ ਜਾਚ ਆ ਜਾਂਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਮੁਖ ਦਾ ਜੀਵਨ, ਪਿਆਰੇ ਦਾ ਪਿਆਰ ਹੀ ਜੀਵਨ ਦੀ ਵੱਡੀ ਪੂੰਜੀ ਹੈ ਜੀ। ਜੇ ਪੱਲੇ ਪਿਆਰ ਹੋਵੇ ਤਾਂ ਗੁਰਸ਼ਬਦ ਗੁਰਬਾਣੀ ਨਾਮ ਦੀ ਅਰਾਧਨਾ ਰਹੱਸਮਈ ਬਣਦੀ ਹੈ ਜੀ। ਕਿਉਂਕਿ ਲੂਣੀ ਛਿਲਾ ਚਟਣੀ ਬਹੁਤ ਔਖੀ ਹੁੰਦੀ ਹੈ ਜੀ। ਇਸ ਲਈ ਅੰਤਲੇ ਪੰਕਤੀ ਵਿੱਚ ਗੁਰੂ ਜੀ ਕਹਿੰਦੇ ਹਨ, ਜਿਸ ਤਰ੍ਹਾਂ ਵਿਚੋਲੇ ਗੁਰੂ ਜੀ ਕਹਿੰਦੇ ਹਨ, ਵਿਚੋਲੇ ਦੀ ਜ਼ਰੂਰਤ ਹੈ। ਵਿਚੋਲਾ ਮਤਲਬ ਗੁਰਸ਼ਬਦ ਗੁਰਬਾਣੀ ਨੂੰ ਅਪਣਾ ਕੇ ਗੁਰਮਤ ਦਾ ਜੀਵਨ ਅਪਣਾ ਕੇ ਗੁਰੂ ਅੱਗੇ ਸਦਾ ਮਿਲਾਪ ਤੇ ਬੇਨਤੀ ਲਈ ਅਰਦਾਸ ਕੀਤੀ ਹੈ ਜੀ। ਜਿਸ ਤਰ੍ਹਾਂ ਇਸ ਪੰਕਤੀ ਵਿੱਚ ਗੁਰੂ ਜੀ ਦੱਸਦੇ ਹਨ, ਸਤਿਗੁਰ ਵਿਸ਼ਟ ਮੇਲ ਮੇਰੇ ਗੋਵਿੰਦਾ, ਹਰ ਮੇਲੇ ਕਰ ਰਬਾਰੀ ਜੀਓ। ਸਤਿਗੁਰ ਵਿਸ਼ਟ ਮੇਲ ਮੇਰੇ ਗੋਵਿੰਦਾ, ਹਰ ਮੇਲੇ ਕਰ ਰਬਾਰੀ ਜੀਓ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।